ਉਹਨਾਂ ਡੇਰਾ ਸਾੜਿਆ, ਸਾਡਾ ਡੇਰਾ ਟਾਇਆ, ਉਹਨਾਂ ਡੰਗਰ ਬੱਚਾ ਲੈ ਗਏ, ਸਾਡਾ ਗਲਾਂ ਤੇ ਤੁਹਾਡੇ ਬੇਟੇ ਨੇ ਜੁਰਮ ਕੀ ਕੀਤਾ ਸੀ? ਕਿਸੇ ਨੂੰ ਕੀਤਾ ਸੀ? ਨਾ ਕੋਈ ਮੇਰੇ ਪੁੱਤਰੇ ਨੇ ਨਹੀਂ ਕਿਸੇ ਨੂੰ ਕੀਤੇ ਆ। ਚਰਸ ਪਾਊਡਰ ਵੇਚ ਕੇ ਤੇ ਖਾਂਦੇ ਪੁਲਿਸ। ਅਸੀਂ ਅੱਲਾ ਤੇ बैठे हैं, अल्लाह ने साफ सादा। अस्सलाम वालेकुम नाज़रीन, मैं हूं एडी मलक और हंज गांव में मौजूद हूं जहां कुछ दिन पहले पुलिस मुकाबला हुआ और आपने उस घर के मनाजर देखे जिस घर में फैसल और फैजी को उसके 3 दोस्तों के हमरा पुलिस ने मुबैना पुलिस मुकाबले में मौत के घाट उतार दिया। मेरे साथ फैसल की वालिदा मौजूद है जो पास वाले घर में बैठकर अपने बेटे के साथ होने वाले जुल्म को अपनी आंखों से, अपने कानों से उन गोलियों की तड़तड़ाहट को सुन रही थी, जो शायद इन्हें नहीं पता था कि ये गोलियां दीवारों पर लग रही हैं या मेरे बेटे को छलनी कर रही हैं। इनसे बात करते हैं, इनसे पूछते हैं कि क्या हुआ था, किस तरह से पुलिस आपके बेटे की दुश्मन पर गई। मां जी की होया सी उस दिन जिस दिन ਇਹ ਸਾਰਾ ਕੁਝ ਹੋਇਆ, ਬੇਟੇ ਨੂੰ ਕਰ ਦਿੱਤਾ ਸੀ? ਪੁਲਿਸ ਆ ਚੜੀ ਉੱਤੇ ਤੇ ਪੁਲਿਸ ਆਣ ਕੇ ਘੇਰਾ ਪਾ ਲਿਆ, ਉਹਨਾਂ ਬੰਦੇ 4 ਮਾਰ ਕੇ। ਤੇ ਕਿੰਨੀ ਕੁ ਪੁਲਿਸ ਆਈ ਸੀ? ਪੁਲਿਸ ਤੇ ਗਿਣਨ ਦੀ ਨਹੀਂ ਆਈ ਤੇ ਇਤਨੀ ਪੁਲਿਸ ਆਈ ਜੋ ਸੜਕ ਕਈ ਮੁੰਨਾ ਬੰਦ ਕਰ ਕਿਉਂ ਜ਼ਿਲ੍ਹਿਆਂ ਦੀ ਪੁਲਿਸ। ਤੇ ਤੁਹਾਡੇ ਬੇਟੇ ਨੇ ਜੁਰਮ ਕੀ ਕੀਤਾ ਸੀ? ਕਿਸੇ ਨੂੰ ਕੀਤਾ ਸੀ? ਨਾ ਕੋਈ ਮੇਰੇ ਪੁੱਤਰੇ ਨੇ ਨਹੀਂ ਕਿਸੇ ਨੂੰ ਕੀਤੇ ਆ। ਬਈ ਉਹ ਦੇਖੋ ਚਰਸ ਪਾਊਡਰ ਵੇਚ ਕੇ ਤੇ ਖਾਂਦੇ ਪੁਲਿਸ। ਤੁਹਾਡਾ ਬੇਟਾ ਵੇਚਦਾ ਸੀ ਇਹ ਚਰਸ ਪਾਊਡਰ ਵਗੈਰਾ? ਵੇਚਦਾ। ਅੱਛਾ। ਉਹਨਾਂ ਲਾਏ ਆ ਨਾਲ ਪੁਲਿਸ ਨੇ ਨਾਲ ਲਵਾ ਕੇ ਉਹਦੇ ਕੋਲ ਬੁਕਾਉਂਦੀ ਰਹੀ ਸੀ। ਬਕਾ। ਤੇ ਤੁਸੀਂ ਉਸ ਟਾਈਮ ਤੇ ਕਿੱਥੇ ਸੀ ਜਿਸ ਦਿਨ ਅਸੀਂ ਪੁਲਿਸ ਗੋਲ ਮੁਕਾਬਲਾ ਹੋ ਰਿਹਾ ਸੀ? ਇਕਬਾਲ ਮਾਸਟਰ ਉੱਥੇ ਹੀ ਹੈ। ਉਹ ਜਿਸੇ ਠਾ ਕਰਦੇ ਮੇਰਾ ਦਿਮਾਗ ਨਹੀਂ ਕੰਮ ਕਰਦਾ, ਹੁਣ ਵੀ ਮੇਰਾ ਦਿਮਾਗ ਕੋਈ ਨਹੀਂ ਕੰਮ ਕਰਦਾ। ਤੁਸੀਂ ਉਸ ਘਰ ਦੇ ਵਿੱਚ ਰਹਿੰਦੇ ਸੀ, ਉਸ ਘਰ ਦੇ ਵਿੱਚ ਸਮਾਨ, ਅਸੀਂ ਉਸ ਘਰ ਦੇ ਵਿੱਚ ਗਏ ਆ, ਸਾਰਾ ਕੁਝ ਸਾੜ ਦਿੱਤਾ ਸੀ। ਇਹ ਕਿੰਨੇ ਸਾੜੇ ਆ? ਉਹ ਪੁਲਿਸ ਵਾਲੇ ਸਾੜੇ, ਕੋਈ ਕੀ ਥਾਂ ਉਹਨਾਂ ਸਾੜਿਆ। ਉਹਨਾਂ ਡੇਰਾ ਸਾੜਿਆ, ਸਾਡਾ ਡੇਰਾ ਟਾਇਆ, ਉਹਨਾਂ ਡੰਗਰ ਬੱਚਾ ਲੈ ਗਏ, ਸਾਡਾ ਗਲਾਂ। ਤੇ ਮਾਂ ਜੀ ਤੁਹਾਨੂੰ ਸਾਰੀ ਦੁਨੀਆ ਪੁਲਿਸ ਦੇ ਵੱਡੇ ਜਿਹੜੇ ਅਫਸਰ ਨੇ ਉਹ ਵੀ ਸੁਣਦੇ ਪਏ ਨੇ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਕੀ ਕਹਿਣਾ ਮੇਰੇ ਪੁੱਤਰ, ਉਹ ਤੱਕ ਨਹੀਂ ਅੱਛੀ ਮਾਰ। ਤੁਸੀਂ ਪੁੱਛਣਾ ਨਹੀਂ ਚਾਹੋਗੇ ਕਿ ਮੇਰੇ ਪੁੱਤਰ ਦਾ ਜੁਰਮ ਕੀ ਸੀ, ਕਿਉਂ ਮਾਰ ਦਿੱਤਾ ਇੰਨੀ ਬੇਰਹਿਮੀ ਦੇ ਨਾਲ? ਉਹ ਤੀ ਭੈਣ ਬਾਹਰ ਹੀ ਨਹੀਂ ਨਿਕਲ ਦਿੰਦੇ, ਕੋਠਿਆਂ ਤੇ ਬੈਠੇ, ਬਾਹਰ ਬੈਠੇ, ਉਹ ਨਿਕਲ ਦਿੰਦੇ ਮੈਨੂੰ। ਨਾਲੇ ਉਹ ਆਵਾਜ਼ ਸੁਣ ਕੇ ਮੇਰੀ ਹੋਸ਼ ਹੀ ਨਹੀਂ ਥਾਂ। ਇੰਨੀ ਗੋਲੀ ਚਲਾਈ ਸੀ? ਇਤਨੀ ਗੋਲੀ ਚਲਾਈ। ਹੁਣ ਤੇ ਪੁਲਿਸ ਕਹਿ ਰਹੀ ਹੈ ਕਿ ਇਹ ਜਿਹੜਾ ਹੋਇਆ ਤੁਹਾਡਾ ਬੇਟਾ, ਇਹਨੂੰ ਇਹਦੇ ਭਰਾਵਾਂ ਨੇ ਮਾਰਿਆ ਔਰ ਭਰਾਵਾਂ ਦੇ ਪਰਚਾ ਦੇ ਦਿੱਤਾ ਜੇ। ਤੇ ਇਹ ਪੁਲਿਸ ਸਹੀ ਕਹਿ ਰਹੀ ਹੈ ਕਿ ਭਰਾਵਾਂ ਨੇ ਕਤਲ ਕੀਤਾ ਜੇ ਭਰਾ ਨੂੰ? ਇਹ ਵੀ ਗੱਲ ਲਿਖ ਜਾਂਦੀ ਹੈ ਵੀ ਭਰਾ ਕਰਦੇ ਨੇ। ਤੇ ਫਿਰ ਇਹ ਕਿਉਂ ਫਿਰ ਤੁਹਾਡੇ ਦੂਸਰੇ ਬੇਟਿਆਂ ਤੇ ਪਰਚਾ ਦੇ ਦਿੱਤਾ ਕਿ ਜੀ ਇਹਨਾਂ ਨੇ ਹੀ ਆਪਣੇ ਭਰਾ ਨੂੰ ਗੋਲੀਆਂ ਮਾਰ ਕੇ ਮਾਰਿਆ? ਜ਼ੋਰਾਵਰੀ ਨਾਲ ਫੜ ਕੇ ਲੈ ਗਏ ਨੇ। ਤੁਹਾਡੇ ਬੇਟੇ ਫੜ ਕੇ ਲੈ ਗਏ ਨੇ? ਦੋ ਬੇਟੇ ਫੜ ਕੇ ਲੈ ਕੇ ਗਏ ਨੇ? 2 ਬੇਟੇ, ਵੱਡਾ ਪਹਿਲਵਾਨ ਉਂਜੀ ਆ। ਤੇ ਜਿਹਦੇ ਬੱਚੇ ਯਤੀਮ ਹੋ ਗਏ ਨੇ ਤੇ ਇਹਦੇ ਬਾਰੇ ਕੀ ਕਹੋ? ਜਿਹਦੇ ਯਤੀਮ ਬੱਚੇ ਹੋ ਗਏ ਨੇ ਉਹਨੂੰ ਅੱਲਾ ਉਹਦਾ ਨਿਆਂ ਕਰੇ। ਅਸੀਂ ਅੱਲਾ ਤੇ ਬੈਠੇ ਆ, ਅੱਲਾ ਨੇ ਸਾਫ ਸਾਡਾ। ਅਸੀਂ ਮਾਂ ਜੀ ਉਹ ਤੁਹਾਡੇ ਘਰ ਗਏ ਆ ਤੇ ਉਸ ਘਰ ਦੇ ਵਿੱਚ ਸਾਰਾ ਸਮਾਨ ਸਾੜ ਕੇ ਤੇ ਕੁਰਾਨ ਦੇ ਵੀ ਸੜੇ ਹੋਏ ਟੁਕੜੇ ਸਾਨੂੰ ਮਿਲੇ ਨੇ। ਤੇ ਇਹ ਜ਼ੁਲਮ ਨਹੀਂ ਹੋ ਗਿਆ ਵੀ? ਤੇ ਇਹ ਅੱਲਾਹ ਤਾਲਾ ਨੇ ਆਪਣੇ ਕੁਰਾਨ ਪਾਕ ਦਾ ਤੇ ਬਦਲਾ ਜ਼ਰੂਰ ਲਏਗਾ। ਸਾਡਾ ਨਾ ਲੈਦਾ ਕੁਰਾਨ ਤੇ ਪੈਰਾਂ 'ਚ ਪੇ ਸਾਡੇ ਲੱਭਦੇ ਨੇ। ਹੁਣ ਤੁਸੀਂ ਕੀ ਆਖਰ ਦੇ ਵਿੱਚ ਵੱਡੇ ਅਫਸਰਾਂ ਨੂੰ, ਵਜ਼ੀਰ ਆਲਾ ਪੰਜਾਬ ਨੂੰ ਕੋਈ ਆਪਣੀ ਅਪੀਲ ਕਰੋਗੇ ਤੁਸੀਂ? ਤੇ ਅਪੀਲ ਅੱਲਾ ਹੀ ਕਰਨੀ ਹੈ, ਸਾਡੀ ਕਿੰਨੇ ਕਰਨੀ है। नाज़रीन, ये फैसल की बूढ़ी वालदा थी और इन्हें क्या पता अपील क्या होती है, किसी से इंसाफ की जो अपील है वो किस तरह से की जाती है। मैं इनके अल्फाज अपनी ज़ुबान से इस्तेमाल करूँगा। यकीन करें कि उस घर के वो मनाजर, खौफ आता है उस घर में दाखिल होते हुए, और हमने वो तमाम मनाजर आपको दिखाए। कुरान का वो टुकड़ा, जला हुआ वो टुकड़ा आपको दिखाया जिन लोगों ने इस घर को आग लगाई थी। और घर था, आबाद घर था, बच्चों के सामान था वहाँ पर, इन्होंने सब कुछ जलाकर राख बना दिया। क्या सामान का भी कोई कसूर था? क्या सामान भी आपको मतलूब था? वो घर की दीवारें आपको मतलूब थी या फिर उस घर में रहने वाले जो बाकी दीगर अफराद थे वो आपको मतलूब थे? हमने फैसल की कुछ ऑडियोज़ भी सुनी हैं और उन ऑडियोज़ को सुनकर यकीन करें कि कलेजा फट जाता है। एक इंसान, ऐसा बहादुर इंसान जिसने शायद वो गलत काम कर रहा था या वो गलत रास्ते पर चल रहा था, लेकिन एक गलत इंसान को जो गलत रास्ते पर चल रहा हो, कानून उसको सीधे रास्ते पर आने की भी इजाज़त देता है, उसको मोहलत देता है। लेकिन कानून कतन ये नहीं कहता
کہ اگر کوئی شخص آپ کی ڈیمانڈ پوری نہیں کر رہا تو آپ اس کو گھر سمیت اس کو جو ہے نا وہ راکھ بنا دو، اس کی لاش کی، اور اس کو قتل کرنے کے بعد اس کی لاش پر گولیاں چلائی گئی۔ یقین کریں فیصل اور اس کے جو دیگر ساتھی تھے، ان کی لاش کے وہ مناظر ہم آپ کو دکھائیں تو آپ کا خود کا کلیجہ پھٹ جائے گا، لیکن اس طرح کی لاش کے ساتھ جو تذلیل کی گئی، ہم بہت سارے لوگوں کے ساتھ اس گاؤں میں ملے ہیں، لیکن اس قدر خوف کا عالم ہے اس گاؤں میں کہ کوئی شخص کیمرے کے سامنے آنے کے لیے تیار نہیں ہے۔ باقی جن کے 3 افراد مرے ہیں وہ خود لوگ جو ہیں وہ پریشان ہیں، وہ خود سامنا نہیں کرنا چاہتے، انہیں پتہ ہے کہ پولیس ہمیں کسی نہ کسی مقدمے میں ہے وہ ڈال دے گی اور پھر اس کے بعد ساری زندگی ہم جیل کی سلاخوں کے پیچھے بتا رہیں گے، تو اس سے بہتر ہے کہ ہم خاموش ہو جائیں۔ یہ ماں جی جس نے اپنی آنکھوں کے سامنے اپنی کانوں سے ان گولیوں کی تڑتڑاہٹ کو سنا، اس ظلم کو دیکھا، یقین کریں کہ اس ماں پر کیا قیامت گزری ہوگی۔ آپ کی بھی مائیں ہوں گی، آپ کی بھی بہنیں ہوں گی، آپ کے بھی بچے ہوں گے۔ آج جن بچوں کو آپ لوگوں نے یتیم کر دیا ہے، یہ بڑے ہو کر سوال کریں، یہی بچے پھر آپ سے بدلہ لیتے ہیں۔ اگر آپ نے اپنے شہید بھائی کا بدلہ لیا ہے تو کل کو یہ بچے بھی بڑے ہو کر یا آپ سے محبت کریں گے یا آپ کو اچھا کہیں گے کہ ان لوگوں نے ہمارے ساتھ کیا کیا تھا۔ آج یہ ظلم جو شاید ان بچوں کو اس ظلم کے بارے میں نہ سمجھ ہو، لیکن یہ ظلم جو سوشل میڈیا پر آپ دیکھ رہے ہیں، جب یہ بچے بڑے ہو کر دیکھیں گے تو کیا سوچیں گے؟ ہمارے اعلیٰ افسران کو سوچنا ہوگا۔ اس واقعہ میں جو بھی ملوث افسران ہیں، اگر فیصل کا کوئی جرم تھا تو فیصل کو گرفتار کرتے، فیصل کی تفتیش کرتے، ہر طرح کی تفتیش کرتے۔ اگر اس کا کوئی بھی قصور ہوتا، وہ مرنے والا شہید بھی ہمارا ہی بھائی ہے، جس کے ساتھ جس نے بھی اس کیا اور اس کا قتل جو ہے وہ فیصل کے اوپر ڈال دیا، یا پھر فیصل کو کسی سیاسی شخصیت نے اپنے راستے سے ہٹانے کے لیے یہ ڈونگ رچایا اور پھر اس کے بعد اتنا بڑا پولیس مقابلہ کر دیا گیا۔ تقریباً 1000 کے لگ بھگ پولیس اہلکاروں نے اس آپریشن میں حصہ لیا، اور پھر اس کے بعد جب گھر جلا دیا، جب فیصل قتل کر دیا، تو اسی گھر کی چھت کے اوپر جا کر یہ لوگ جشن مناتے رہے، اور اس کا مقدمہ بھی فیصل کے جو باقی بھائی ہیں ان کے خلاف درج کر دیا۔ اگر فیصل کے بھائیوں نے اپنے بھائی کو قتل کیا ہے تو پھر آپ جشن کس چیز کا منا رہے ہیں؟ بہت سارے اس واقعہ کے بعد سوالات اٹھ رہے ہیں اور اٹھتے رہیں گے۔ شاید فیصل کا اور فیصل کے گھر میں قرآن پاک کے ساتھ جس طرح سے بے حرمتی کی گئی، جس طرح سے قرآن پاک کو جلایا گیا، یہ سب کچھ ان لوگوں کا پیچھا کریں گے اور ایک نہ ایک دن فیصل کو ضرور انصاف ملے گا۔ اجازت چاہوں گا، اللہ نے کے بعد۔